नानक तिनको सतगुर मिलिया। ਆਪ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 143 ਦੇ ਉੱਪਰ ਰਾਗ ਮਾਝ ਦੇ ਵਿੱਚ ਰੱਬੀ ਫਰਮਾਨ ਹੈ ਕਿ ਸਤਿਗੁਰ ਖੋਟਿਓਂ ਖਰਾ ਕਰੇ ਸ਼ਬਦ ਸਵਾਰਨ ਨਾਲ, ਕਿ ਸਤਿਗੁਰ ਦੇ ਵਿੱਚ ਅਸੀਂ ਸਮਰੱਥਾ ਹੈ ਕਿ ਖੋਟੇ ਮਨੁੱਖ ਨੂੰ ਵੀ ਖਰਾ ਕਰ ਸਕਦਾ ਹੈ, ਪਤਿਤ ਨੂੰ ਵੀ ਪਾਵਨ ਕਰ ਸਕਦਾ ਹੈ, ਪਾਪੀ ਨੂੰ ਵੀ ਉਹ ਪਿਓਰ ਕਰ ਸਕਦਾ ਹੈ। ਔਰ ਜੋ ਮਨੁੱਖ ਹੈ ਜਿਹਦੀ ਹੋਣੀ ਜੋ ਹੈ ਉਸ ਨੂੰ ਨਵਾਨਾ ਵੱਲ ਲੈ ਜਾਂਦੀ ਹੈ, ਜਿਹਦੀ ਫਿਤਰਤ ਹੈ, ਜਿਹਦੀ ਨੇਚਰ ਹੈ ਕਿ ਡੁਗਾਈਆਂ ਵੱਲ ਗਿਰਨਾ ਹੀ ਉਸਨੇ ਸਿੱਖਿਆ ਹੈ ਜਾਂ ਉਹਦਾ ਬਕਤਰ ਹੈ। ਔਰ ਮਨੁੱਖ ਘਿਰਣਾ ਕਰਦਾ ਹੈ, ਨਫ਼ਰਤ ਕਰਦਾ ਹੈ, ਨਿੰਦਿਆ ਕਰਦਾ ਹੈ, ਚੁਗਲੀ ਕਰਦਾ ਹੈ, ਦੁਸ਼ਮਣੀ ਕਰਦਾ ਹੈ, ਕ੍ਰੋਧ ਕਰਦਾ ਹੈ। ਔਰ ਇਹ ਕੋਈ ਜੋ ਅਵਸਥਾ ਹਨ ਉਹਨੂੰ ਕਿਸੇ ਸਕੂਲ 'ਚ ਨਹੀਂ ਸਿਖਾਈਆਂ ਜਾਂਦੀਆਂ, ਉਹ ਆਪਣੇ ਆਪ ਸਿੱਖ ਜਾਂਦਾ ਹੈ। ਇਹ ਸੈਟਨਿਕ ਫੋਰਸਿਸ ਹਨ, ਸ਼ੈਤਾਨੀ ਇੱਕ ਤਾਕਤਾਂ ਹਨ ਜਿਹੜੀਆਂ ਮਨੁੱਖ ਨੂੰ ਨਿਵਾਣਾ ਵੱਲ ਉਹਦੀਆਂ ਲੱਤਾਂ ਜੋ ਖਿੱਚਦੀਆਂ ਰਹਿੰਦੀਆਂ ਹਨ। ਇੱਕ ਫਰੈਂਚ ਫਿਲਾਸਫਰ ਸੀਮਨ ਵੀਲ ਹੈ ਔਰ ਉਹਨੇ ਇੱਕ ਕਿਤਾਬ, ਬੜੀ ਮਹੱਤਵਪੂਰਨ ਕਿਤਾਬ ਹੈ ਜਿਹਦਾ ਨਾਮ ਗ੍ਰੈਵਿਟੀ ਐਂਡ ਗ੍ਰੇਸ ਹੈ, ਉਹ ਲਿਖੀ ਹੈ। ਉਹਦੇ ਵਿੱਚ ਉਹਨੇ ਕਿਹਾ ਹੈ ਕਿ ਇੱਕ ਗ੍ਰੈਵਿਟੀ ਹੈ ਜੋ ਧਰਤੀ ਦੀ ਗੁਰੂਤਾ ਸ਼ਕਤੀ ਹੈ, ਜਿਹੜੀ ਧਰਤੀ ਆਪਣੇ ਵੱਲ ਥੱਲੇ ਨੂੰ ਚੀਜ਼ਾਂ ਨੂੰ ਖਿੱਚਦੀ ਹੈ। ਮਨੁੱਖੀ ਫਿਤਰਤ ਦੇ ਵਿੱਚ ਵੀ ਇੱਕ ਐਸੀ ਹੀ ਗ੍ਰੈਵਿਟੀ ਕੰਮ ਕਰਦੀ ਹੈ, ਸੈਟਨਿਕ ਫੋਰਸ ਕੰਮ ਕਰਦੀ ਹੈ ਜਿਹੜੀ ਇਹਨੂੰ ਥੱਲੇ ਨੂੰ ਤਰਸੀ ਜਾਂਦੀ ਹੈ। ਹਰ ਤਰ੍ਹਾਂ ਦੀ ਬੁਰਾਈ ਜਿਹੜੀ ਹੈ ਮਨੁੱਖ ਹਾਸਲ ਕਰਨ ਦੇ ਲਈ ਹਮੇਸ਼ਾ ਤਤਪਰ ਹੈ, ਪਰ ਚੰਗਿਆਈ ਤੋਂ ਹਮੇਸ਼ਾ ਹੀ ਆਲਸ ਕਰਦਾ ਹੈ। ਗੁਰਬਾਣੀ 'ਚ ਬਾਰ-ਬਾਰ ਕਿਹਾ ਗਿਆ ਹੈ। ਔਰ ਸਤਿਗੁਰਾਂ ਨੇ ਇਹ ਵੀ ਫਰਮਾਨ ਕੀਤਾ ਹੈ ਕਿ ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਵਾਰ, ਸ਼ਬਦ ਸਵਾਰਨ ਹਾਰ। ਸਤਿਗੁਰ ਖੋਟਿਓਂ ਖਰਾ ਕਰੇ। ਔਰ ਜਿੱਦਾਂ ਬੈਂਕ 'ਚ ਤੁਸੀਂ ਕੋਈ ਪੈਸੇ ਜਮ੍ਹਾਂ ਕਰਾਉਣ ਜਾਂਦੇ ਹੋ ਤਾਂ ਤੁਹਾਡੇ ਨੋਟਾਂ ਦੀ ਉੱਥੇ ਵੈਰੀਫਿਕੇਸ਼ਨ ਹੁੰਦੀ ਹੈ। ਅਗਰ ਕੋਈ ਫੋਲਡ ਨੋਟ ਆਇਆ ਹੈ ਤਾਂ ਉਹਨੂੰ ਖਜ਼ਾਨੇ 'ਚ ਨਹੀਂ ਪਾਇਆ ਜਾਂਦਾ ਹੈ, ਉਹਨੂੰ ਉੱਥੇ ਹੀ ਪਾੜ ਕੇ ਸੁੱਟ ਦਿੱਤਾ ਜਾਂਦਾ ਹੈ। ਲੇਕਿਨ ਖਰਾ ਜਿਹੜਾ ਹੈ ਉਹਨੂੰ ਖਜ਼ਾਨੇ ਦੇ ਵਿੱਚ ਐਕਸੈਪਟ ਕੀਤਾ ਜਾਂਦਾ ਹੈ, ਉਹਨੂੰ ਆਦਰ ਮਿਲਦਾ ਹੈ ਔਰ ਸਤਿਕਾਰ ਮਿਲਦਾ ਹੈ। ਇਸ ਤਰ੍ਹਾਂ ਹੀ ਜੋ ਮਨੁੱਖ ਦੈਵੀ ਗੁਣਾਂ ਦਾ ਧਾਰਨੀ ਹੈ, ਜਿਹਦੇ ਅੰਦਰ ਖਿਮਾ ਹੈ, ਪ੍ਰੇਮ ਹੈ, ਪਿਆਰ ਹੈ, ਮੁਹੱਬਤ ਹੈ, ਤਰਸ ਹੈ, ਪਰਉਪਕਾਰ ਦੀ ਭਾਵਨਾ ਹੈ ਔਰ ਸੰਤੋਖੀ ਹੈ, ਉਹ ਮਨੁੱਖ ਹਰ ਜਗ੍ਹਾ ਹੀ ਸਤਿਕਾਰ ਦਾ ਪਾਤਰ ਬਣਦਾ ਹੈ। ਔਰ ਗੁਰਬਾਣੀ 'ਚ ਤਾਂ ਇਹ ਵੀ ਲਿਖਿਆ ਹੈ ਕਿ ਖੋਟੇ ਸੱਚੀ ਦਰਗਾਹੇ ਸੁੱਟੀਏ ਕਿ ਸਾਗੇ ਕਰੇ ਪੁਕਾਰ। ਸੱਚੀ ਦਰਗਾਹ ਦੇ ਵਿੱਚ, ਸੱਚੇ ਰੱਬ ਦੇ ਅੱਗੇ ਇਹਨਾਂ ਨੂੰ ਬਾਹਰ ਸੁੱਟਿਆ ਜਾਂਦਾ ਹੈ, ਤਿਰਸਕਾਰ ਕੀਤਾ ਜਾਂਦਾ ਹੈ। ਆਸਾ ਦੇ ਵਾੜ ਦੇ ਵਿੱਚ ਸਤਿਗੁਰੂ ਫਰਮਾਉਂਦੇ ਹਨ ਕਿ ਜਿੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ 'ਚ ਜਮਾਲਿਆ। ਜੇ ਜਮਾਲਿਆ ਦਾ ਮਤਲਬ ਮੰਦ ਕਰਮੀ ਜਿਹੜੇ ਬੰਦੇ ਹਨ ਉਹਨਾਂ ਨੂੰ ਚੁਣ ਕੇ ਬਾਹਰ ਕੱਢਿਆ ਜਾਂਦਾ ਹੈ। ਔਰ ਥਾਂ ਨਾ ਪਾਇਨ ਕੁੜਿਆਰ, ਉਹਨਾਂ ਕੂੜੇ ਬੰਦਿਆਂ ਨੂੰ ਕੋਈ ਉੱਥੇ ਜਗ੍ਹਾ ਨਹੀਂ ਮਿਲਦੀ ਹੈ। ਮੂੰਹ ਕਾਲੇ ਦੁੱਧ ਚਾਲਿਆ ਔਰ ਮੂੰਹ ਕਾਲੇ ਕੀਤੇ ਜਾਂਦੇ ਹਨ। ਔਰ ਸ਼ੋਭਾਹੀਨ, ਜਿਹਦਾ ਨੱਕ ਖੱਟਾ ਕੋਈ ਔਰਤ ਹੈ ਜਾਂ ਬੰਦਾ ਹੈ, ਇਸ ਤਰ੍ਹਾਂ ਦਾ ਉਹਨਾਂ ਨਾਲ ਵਰਤਾਰਾ ਹੁੰਦਾ ਹੈ। ਔਰ ਤੇਰੇ ਨਾਏ ਰਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲੇ। ਤੇਰੇ ਨਾਮ ਦੇ ਵਿੱਚ ਜਿਹੜੇ ਬੰਦੇ ਰੱਤੇ ਪਏ ਹਨ, ਰੰਗੇ ਪਏ ਹਨ,
ਲੀਨ ਹਨ, ਵਲੀਨ ਹਨ। ਤੇਰੇ ਨਾਏ ਰਤੇ ਸੇ ਜਿਨ ਗਏ, ਜਿੱਤ ਜਾਂਦੇ ਹਨ ਉੱਥੇ। ਹਾਰ ਗਏ ਸੇ ਠੱਗਣ ਵਾਲੇ, ਔਰ ਠੱਗੀਆਂ ਠੋਰੀਆਂ ਕਰਨ ਵਾਲੇ ਉੱਥੇ ਦੁਰਕਾਰੇ ਜਾਂਦੇ ਆ। ਸੋ ਸਤਿਗੁਰਾਂ ਨੇ ਜੋ ਗੁਰਬਾਣੀ ਦੇ ਰਾਹੀਂ ਸਾਨੂੰ ਜੁਗਤਾਂ ਦੱਸੀਆਂ ਹਨ, ਉਹ ਇਹ ਹੈ ਕਿ ਅਸੀਂ ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ ਨੂੰ ਆਪਣੇ ਅੰਗ ਸੰਗ ਕਰਨਾ ਹੈ, ਆਪਣੇ ਅੰਦਰ ਸਮਾਉਣਾ ਹੈ। ਕੱਲਾ ਮੂੰਹ ਨਾਲ ਬੋਲਣਾ ਤਾਂ ਭਾਵ ਹੈ ਕਿ ਕਰਮ ਕੀਤਾ ਹੈ ਕਿ ਉਹ ਬਾਹਰ ਰਹਿ ਗਿਆ ਹੈ, ਲੇਕਿਨ ਉਹਨੂੰ ਅੰਦਰ ਤੱਕ ਲੈ ਕੇ ਜਾਣਾ ਹੈ। ਜਿਸ ਤਰ੍ਹਾਂ ਐਗਜ਼ਾਮਪਲ ਹੈ ਕਿ ਤੁਸੀਂ ਇੱਕ ਪਾਣੀ ਦਾ ਗਲਾਸ ਆਪਣੇ ਟੇਬਲ ਤੇ ਰੱਖਿਆ ਹੈ, ਔਰ ਨਾਲ ਅਲੱਗ ਥੋੜੀ ਚੀਨੀ ਰੱਖੀ ਹੈ, ਸ਼ੂਗਰ ਰੱਖੀ ਹੈ ਕਿ ਮੈਂ ਸ਼ਿਕੰਜਵੀ ਬਣਾਉਣੀ ਹੈ ਔਰ ਇਸ ਨੂੰ ਪੀਣਾ ਹੈ। ਲੇਕਿਨ ਤੁਸੀਂ ਸ਼ੂਗਰ ਉਹਦੇ ਵਿੱਚ ਨਹੀਂ ਪਾਓਗੇ ਤਾਂ ਉਹ ਸ਼ਿਕੰਜਵੀ ਨਹੀਂ ਬਣੇਗੀ, ਉਹ ਮਿੱਠਾ ਨਹੀਂ ਬਣੇਗਾ। ਲੇਕਿਨ ਜਿਉਂ ਹੀ ਤੁਸੀਂ ਉਹਦੇ ਵਿੱਚ ਸ਼ੂਗਰ ਪਾਈ ਔਰ ਉਹਨੂੰ ਘੋਲਿਆ, ਉਹਨੂੰ ਪੂਰੀ ਤਰ੍ਹਾਂ ਮੈਲਟ ਕਰ ਲਿਆ, ਤਾਂ ਉਹੀ ਪਾਣੀ ਜਿਹੜਾ ਬਕਬਕਾ ਸੀ, ਜਿਹੜਾ ਫਿੱਕਾ ਸੀ, ਉਹੀ ਅੰਮ੍ਰਿਤ ਦੀ ਤਰ੍ਹਾਂ ਮਿੱਠਾ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਜਿਉਂ ਹੀ ਗੁਰਬਾਣੀ ਸਾਡੇ ਅੰਦਰ ਪਰਿਵਰਤਿਤ ਹੁੰਦੀ ਹੈ, ਸਾਡੀ ਪਰਸਨੈਲਿਟੀ ਪਰਿਵਰਤਿਤ ਹੋ ਜਾਂਦੀ ਹੈ, ਤਬਦੀਲੀ ਆ ਜਾਂਦੀ ਹੈ, ਮਹਾ ਤਬਦੀਲੀ ਆ ਜਾਂਦੀ ਹੈ, ਸਾਡੀ ਕਾਇਆ ਕਲਪ ਹੋ ਜਾਂਦੀ ਹੈ। ਜਿਹੜਾ ਪਾਣੀ ਬਕਬਕਾ ਸੀ, ਫਿੱਕਾ ਸੀ, ਬੇਸਵਾਦ ਸੀ, ਉਹ ਇੰਨਾ ਸਵਾਦ ਲੱਗਦਾ ਹੈ, ਔਰ ਉਹਦੀ ਕਾਇਆ ਜਿਸ ਤਰ੍ਹਾਂ ਕਲਪ ਹੁੰਦੀ ਹੈ, ਇਸ ਤਰ੍ਹਾਂ ਹੀ ਉਹ ਮਨੁੱਖ ਜੋ ਪਹਿਲਾਂ ਘਿਰਣਾ ਨਾਲ ਭਰਿਆ ਸੀ, ਨਫ਼ਰਤ ਨਾਲ ਭਰਿਆ ਸੀ, ਦਵੈਸ਼ ਨਾਲ ਭਰਿਆ ਸੀ, ਦੁਸ਼ਮਣੀਆਂ ਦੇ ਨਾਲ ਭਰਿਆ ਸੀ, ਕ੍ਰੋਧ ਨਾਲ ਭਰਿਆ ਸੀ, ਉਹ ਬੰਦਾ ਫਰਿਸ਼ਤਾ ਬਣ ਜਾਂਦਾ ਹੈ। ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋ ਰਾਂਦਾ। ਪਰ ਗੁਰੂ ਤੋਂ ਬਿਨਾਂ ਇਹ ਚੀਜ਼ ਸੰਭਵ ਨਹੀਂ ਹੈ। ਕੋਈ ਬੰਦਾ ਜਿੰਨਾ ਮਰਜ਼ੀ ਪੜ੍ਹਿਆ ਹੋਵੇ, ਗਿਆਨਵਾਨ ਹੋਵੇ, ਲੇਕਿਨ ਅਨਟਲਨਲੈਸ ਜੋ ਗ੍ਰੈਵਿਟੀ ਐਂਡ ਗ੍ਰੇਸ ਸਾਈਮਨ ਵੋਇਲ ਕਹਿੰਦੀ ਹੈ ਕਿ ਜੋ ਹੀ ਮਨੁੱਖ ਪਰਮਾਤਮਾ ਵੱਲ ਤੱਕ ਲੈਂਦਾ ਹੈ, ਔਰ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ, ਜਿਹੜੇ ਧਰਤੀ ਤੇ ਰਿੰਗ ਰਿੰਗ ਕੇ ਚੱਲਣ ਵਾਲੇ ਕੀੜੇ ਹਨ, ਉਹ ਵੀ ਜਦੋਂ ਇਸ ਤਰ੍ਹਾਂ ਦੀ ਸਿਫਤ ਸੁਣਦੇ ਹਨ ਕਿ ਕੋਈ ਉੱਪਰ ਆਕਾਸ਼ਾਂ 'ਚ ਵੀ ਉੱਡ ਸਕਦਾ ਹੈ, ਤਾਂ ਉਹਨਾਂ ਦੇ ਮਨ 'ਚ ਵੀ ਰੀਸ ਆਉਂਦੀ ਹੈ। ਸੋ ਪਾਪੀਆਂ ਦੇ ਮਨਾਂ ਦੇ ਵਿੱਚ ਵੀ ਪਵਿੱਤਰ ਮਨ ਦੀ ਰੀਸ ਜਿਹੜੀ ਹੈ ਜਾਗ ਪੈਂਦੀ ਹੈ, ਇੱਕ ਜਿਗਿਆਸਾ ਜਾਗ ਪੈਂਦੀ ਹੈ। ਔਰ ਜਿਸ ਤਰ੍ਹਾਂ ਇੱਕ ਲੋਹੇ ਦੀ ਛੜ ਹੈ, ਕਾਲੇ ਰੰਗ ਦੀ ਹੈ, ਔਰ ਉਹ ਲੋਹਾਰ ਅੱਗ ਤਾ ਕੇ ਬੈਠਾ ਹੈ, ਪੱਠੀ ਤਾ ਕੇ ਬੈਠਾ ਹੈ, ਔਰ ਉਹ ਕਾਲੇ ਰੰਗ ਦੀ ਜਿਹੜੀ ਲੋਹੇ ਦੀ ਲੱਠ ਹੈ ਉਹਨੂੰ ਅੱਗ ਦੇ ਵਿੱਚ ਰੱਖ ਦਿੰਦਾ ਹੈ, ਔਰ ਜਿਉਂ ਹੀ ਉਹ ਅੱਗ ਦੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਹੈ, ਤੇ ਅੱਗ ਦਾ ਜੋ ਅੰਗਾਰ ਦਾ ਜੋ ਭਾਅ ਹੈ, ਉਸ ਤਰ੍ਹਾਂ ਦੀ ਭਾਅ ਹੀ ਉਹਦੇ ਵਿੱਚੋਂ ਆਉਣ ਲੱਗ ਪੈਂਦੀ ਹੈ। ਜੋ ਕਾਲਾ ਸਵਾਹ ਕੋਲਾ ਸੀ ਉਹ ਭਖਣ ਲੱਗ ਪੈਂਦਾ ਹੈ, ਔਰ ਜਿਸ ਤਰ੍ਹਾਂ ਅਗਨੀ ਕਿਸੇ ਚੀਜ਼ ਨੂੰ ਲੱਗ ਕਰਕੇ ਜਲਾ ਦਿੰਦੀ ਹੈ, ਇਸ ਤਰ੍ਹਾਂ ਹੀ ਉਹੀ ਕੁਆਲਿਟੀ, ਉਹੀ ਗੁਣ ਜਿਹੜਾ ਹੈ ਇਸ ਜਿਹੜਾ ਲੋਹੇ ਦੀ ਲੱਠ ਦੇ ਵਿੱਚ ਆ ਜਾਏਗਾ। ਸੋ ਇੱਕ ਰੂਪ ਹੋ ਜਾਂਦਾ ਹੈ, ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਗੱਲ ਕੀ ਹੈ ਕਿ ਜਿਸ ਨੇ ਵੀ ਸਿਰ ਸੌਂਪ ਦਿੱਤਾ ਹੈ ਸਤਿਗੁਰੂ ਦੇ ਪਾਸ, ਤੇ ਸੇਵਕ ਕਾਰਜ ਰਾਸ, ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ, ਔਰ ਉਹ ਆਪਣੀ ਜੀਵਨ ਯਾਤਰਾ ਸਫਲ ਕਰ ਲੈਂਦਾ ਹੈ। ਉਹ ਇੱਕ ਸਫ਼ਰ ਜੋ ਮਨਮੁਖ ਤੋਂ ਗੁਰਮੁਖ ਤੱਕ ਦਾ ਹੈ, ਜੋ ਗ੍ਰੈਵਿਟੀ ਤੋਂ ਗ੍ਰੇਸ ਵੱਲ ਦਾ ਸਫ਼ਰ ਹੈ, ਜਿੱਥੇ ਗ੍ਰੇਸ ਦੇ ਨਾਲ ਮਨੁੱਖ ਦੀ ਜੋ ਫਿਤਰਤ ਹੈ, ਜੋ ਉਹਦੀ ਆਤਮਿਕ ਬੁਲੰਦੀ ਹੈ ਉਹ ਪੈਦਾ ਹੁੰਦੀ ਹੈ। ਉੱਥੇ ਗ੍ਰੈਵਿਟੀ ਜਿਹੜੀ ਹੈ ਉਸ ਨੂੰ ਨੀਚੇ ਖਿੱਚਦੀ ਹੈ। ਲੇਕਿਨ ਜਦੋਂ ਪ੍ਰਭੂ ਦੀ ਗ੍ਰੇਸ ਹੁੰਦੀ ਹੈ ਤਾਂ ਮਨੁੱਖ ਜੋ ਹੈ ਅਲਪ ਆਹਾਰ ਸੁਲਪ ਸੀ ਨਿੰਦਰਾ, ਆਪਣੇ ਆਹਾਰ ਨੂੰ ਵੀ ਸੰਜਮਤ ਕਰਦਾ ਹੈ, ਆਪਣੀ ਨਿੰਦਰਾ ਨੂੰ ਵੀ ਕੰਟਰੋਲ ਕਰਦਾ ਹੈ, ਔਰ ਇਹ ਜਿਹੜੀ ਬੜੀ ਥੋੜੀ ਜੀਵਨ ਦੀ
ਜਿਹੜੀ ਪੂੰਜੀ ਮਿਲੀ ਹੈ ਇਹਦਾ ਐਸਾ ਅੱਛਾ ਵਪਾਰ ਕਰਦਾ ਹੈ ਕਿ ਲਾਹਾ ਲੈ ਕੇ ਜਾਂਦਾ ਹੈ। ਸੋ ਜੋ ਮੇਨ ਮੁੱਦਾ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਬਾਹਰ ਧੁੱਪ ਲੱਗੀ ਹੈ ਲੇਕਿਨ ਮਨੁੱਖ ਅੰਦਰ ਬੈਠਾ ਹੈ, ਠੰਡ ਦੇ ਨਾਲ ਕੰਬ ਰਿਹਾ ਹੈ ਔਰ ਠੰਡ ਨੂੰ ਬੁਰਾ ਬੋਲ ਰਿਹਾ ਹੈ, ਕਬੂਲ ਬੋਲ ਰਿਹਾ ਹੈ। ਲੇਕਿਨ ਕੋਈ ਆਦਮੀ ਅਗਰ ਧੁੱਪ 'ਚ ਜਾ ਕੇ ਬੈਠੇ ਤਾਂ ਉਹ ਨਿੱਘ ਦਾ ਅਹਿਸਾਸ ਕਰੇਗਾ, ਉਹਦੀ ਸਰਦੀ ਜਿਹੜੀ ਹੈ ਪੰਖ ਲਗਾ ਕੇ ਉੱਡ ਜਾਏਗੀ। ਸੋ ਪ੍ਰਮਾਤਮਾ ਦੀ ਜਿਹੜੀ ਗ੍ਰੇਸ ਹੈ ਉਹ ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਧੁੱਪ ਬਾਹਰ ਵਰਸ ਰਹੀ ਹੈ ਉਸ ਤਰ੍ਹਾਂ ਹੀ ਵਰਸ ਰਹੀ ਹੈ। ਅਸੀਂ ਜਿਹੜਾ ਆਪਣਾ ਭਾਂਡਾ ਹੈ, ਜਿਹੜਾ ਮੁੱਧਾ ਕਰਕੇ ਰੱਖਿਆ ਹੋਇਆ ਹੈ, ਜਿਹਦੇ ਵਿੱਚ ਇਹ ਬਰਤਨ 'ਚ ਪੈ ਨਹੀਂ ਰਹੀ ਹੈ, ਪ੍ਰਾਪਤੀ ਨਹੀਂ ਹੋ ਰਹੀ ਹੈ, ਉਸ ਦਾ ਭਾਂਡਾ ਦਾ ਜੋ ਮੂੰਹ ਹੈ ਉਹ ਸਿੱਧਾ ਕਰਨਾ ਹੈ। ਔਰ 656 ਸੰਗ ਦੇ ਉੱਪਰ ਭਗਤ ਕਬੀਰ ਸੋਰਠ ਰਾਗ 'ਚ ਕਹਿੰਦਾ ਹੈ ਕਿ ਗੁਰ ਦਿਖਲਾਈ ਮੋਰੀ ਜਿਸ ਮਿਰਗ ਪੜਤ ਹੈ ਚੋਰੀ ਮੂੰਦ ਲਈਏ ਦਰਵਾजे बाजिए ले अनहद बाजे और कुंभ कुंभ कमल जल भरिया जल मेटिया उभा करिया कि मेरा जिहड़ा भांडा सी ਉਹ बड़ा नीवा सी, ਉਹਦੇ जो सारा गंदा पानी आके पई ਜਾਂਦਾ ਸੀ, ਉਹਨੂੰ गंदगी भर ਦਿੰਦੀ ਸੀ। ਉਹ जल मेटिया उस विकारां दे जल नूं मैं बाहर कढ़ दिता है और उभा करिया ਉਹਨੂੰ ਉੱਚੀ जगह रख दिता है जिथे हुण ग्रेस ही ग्रेस वरत रही है, जिथे हुण ग्रैविटी का जो है पूरा असर ही खत्म हो गया है। सो ऐसा सतगुरां दा वरतारा हो जाता है कि मानस ते देवते कीए करत न लागी बार। सतगुरु खोटियां नूं खरे करदा है। और जिस तरह सोरठ राग विच 655 अंग दे उपर कबीर कहता है कहो कबीर जन पे खालसे। सो असी ऐसे खालस हो सकीए, असी ऐसे प्योर हो सकीए, साडी काया कल्प हो सके, असी सतगुर की शरण दे विच जा करके भज दौड़ के उसकी जिहड़ी है किरपा दे पात्र बन सकीए। सो ऐसा हो सके यही अरदास करदा होया वाहिगुरू जी का खालसा वाहिगुरू जी की फतेह।